ਹੈਲੋ ਡੀਅਰ ਸਟੂਡੈਂਟਸ, ਮੈਂ ਸੁਦੀਕਸ਼ਾ ਤੁਹਾਡਾ ਸਵਾਗਤ ਕਰਦੀ ਹਾਂ ਗਿਆਨਮ ਪੰਜਾਬ ਦੇ YouTube ਪਲੇਟਫਾਰਮ ਤੇ ਜੇ ਆਪਾਂ ਗੱਲ ਕਰੀਏ ਅੱਜ ਦੇ ਖਾਸ ਸੈਸ਼ਨ ਦੀ, ਆਪਾਂ ਇੱਥੇ ਡਿਸਕਸ ਕਰਾਂਗੇ ਕਿ ਲੈਕਚਰਰ ਕਾਰਡਨ ਨੂੰ ਕ੍ਰੈਕ ਕਰਨ ਦੇ ਲਈ ਤੁਹਾਡੀ ਕੀ ਅਪਰੋਚ ਹੋਣੀ ਚਾਹੀਦੀ ਹੈ ਸਪੈਸੀਫਿਕਲੀ ਫॉर द ਬਾਇਓਲੋਜੀ ਸਬਜੈਕਟ, ਰਾਈਟ। ਜੇਕਰ ਆਪਾਂ ਨੋਟੀਫਿਕੇਸ਼ਨ ਦੀ ਗੱਲ ਕਰੀਏ, ਹੈ ਨਾ, 25 ਪੋਸਟਾਂ ਜਿਹੜੀਆਂ ਆਈਆਂ ਹੈ, ਦੇ ਆਰ ਦ ਫਰੈਸ਼ ਪੋਸਟ ਐਂਡ ਤੁਹਾਡੀਆਂ ਜਿਹੜੀਆਂ ਬੈਕਲੌਗ ਵਾਲੀਆਂ ਪੋਸਟਾਂ ਰਹਿਣਗੀਆਂ ਬਾਇਓਲੋਜੀ ਦੀ, they were in 17 in count, right? So total 37 count is there for your vacancies. So ਤੁਹਾਡੇ ਕੋਲ ਬਹੁਤ ਹੀ ਸੁਨਹਿਰਾ ਮੌਕਾ ਹੈ ਜਿੱਥੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਜੇ ਹੁਣੇ ਸ਼ੁਰੂ ਕਰ ਦੋ, then you can easily crack this particular exam. And specifically biology subject ਦੀ ਜੇ ਆਪਾਂ ਗੱਲ ਕਰੀਏ, ਇਸ subject ਦੀ approach ਬਾਕੀ subjects ਤੋਂ ਥੋੜੀ ਅਲੱਗ ਰਹੇਗੀ, ਹੈ ਨਾ। if you are going to analyze the PYQ ਜੋ ਕਿ ਆਪਾਂ recently solve ਵੀ ਕੀਤਾ ਸੀ ਆਪਣੇ YouTube platform ਤੇ, ਸੋ ਉਹਦੇ ਐਨਾਲਿਸਿਸ ਦੇ ਅਕੋਰਡਿੰਗ ਜੇ ਤੁਸੀਂ ਦੇਖੋ, ਜੋ ਕੁਐਸਚਨ ਜ਼ਿਆਦਾਤਰ ਪੇਪਰ ਵਿੱਚ ਆਉਂਦੇ ਹਨ, ਦੇ ਆਰ ਫੈਕਚੁਅਲ ਬੇਸਡ ਕੁਐਸਚਨਸ, ਸਮ ਆਫ ਦ ਕੁਐਸਚਨਸ ਆਰ ਕਨਸੈਪਚੁਅਲ ਐਜ਼ ਵੈਲ, ਐਂਡ ਕੁਝ ਡਾਇਗਰਾਮ ਬੇਸਡ ਕੁਐਸਚਨਸ ਵੀ ਤੁਹਾਨੂੰ ਪੁੱਛੇ ਜਾਂਦੇ ਹਨ, ਹੈ ਨਾ। ਸੋ ਇਸ ਤਰੀਕੇ ਨਾਲ ਆਪਾਂ ਜਿਹੜਾ ਹੈ ਪ੍ਰੋਸੀਡ ਕਰਾਂਗੇ ਅੱਜ ਦੇ ਸੈਸ਼ਨ ਵਿੱਚ। 90 ਡੇਜ਼ ਦੇ ਵਿੱਚ ਤੁਸੀਂ ਕਿਸ ਤਰੀਕੇ ਨਾਲ ਆਪਣੀ ਪੂਰੀ ਤਿਆਰੀ ਕੰਪਲੀਟ ਕਰ ਸਕਦੇ ਹੋ, ਇਹਦੇ ਉੱਪਰ ਫੋਕਸ ਕਰਾਂਗੇ। ਕਿਹੜੇ ਟੌਪਿਕ ਰਹਿਣਗੇ ਜੋ ਕਿ ਤੁਹਾਨੂੰ ਇੱਥੇ ਫੋਕਸਲੀ ਜਿਨ੍ਹਾਂ ਨੂੰ ਤੁਸੀਂ ਪ੍ਰਿਪੇਅਰ ਕਰ ਸਕਦੇ ਹੋ, ਜਿਨ੍ਹਾਂ ਦੀ ਵੇਟੇਜ ਜ਼ਿਆਦਾ ਰਹਿਣ ਵਾਲੀ ਹੈ ਐਗਜ਼ਾਮ ਦੇ ਵਿੱਚ, ਐਂਡ ਕਿਸ ਤਰੀਕੇ ਨਾਲ ਤੁਸੀਂ MCQ ਅਪਰੋਚ ਜਿਹੜੀ ਹੈ ਇੱਥੇ ਲੈ ਕੇ ਆ ਸਕਦੇ ਹੋ। Now, one challenge which we all are going to face is ਕਿ ਆਪਾਂ subjective approach ਤੋਂ objective approach ਦੀ ਤਰਫ ਜਾਣਾ ਹੈ ਨਾ। ਕਿਉਂਕਿ ਜ਼ਿਆਦਾਤਰ ਜਦੋਂ ਆਪਾਂ ਕੰਟੈਂਟ ਨੂੰ ਪੜ੍ਹਦੇ ਆ ਤੇ ਸਾਡੀ ਅਪਰੋਚ ਜਿਹੜੀ ਹੈ ਉਹ ਸਬਜੈਕਟਿਵ ਰਹਿੰਦੀ ਆ, ਬਟ ਨਾਓ ਵੀ ਹੈਵ ਟੂ ਮੂਵ ਟੂਵਰਡਸ ਦਾ ਆਬਜੈਕਟਿਵ ਅਪਰੋਚ ਤਾਂ ਕਿ MCQ ਕਰਨ ਦੀ ਪ੍ਰੈਕਟਿਸ ਐਂਡ MCQs ਨੂੰ ਕ੍ਰੈਕ ਕਰਨ ਦੀ ਸਟ੍ਰੈਟਜੀ ਜਿਹੜੀ ਹੈ ਉਹ ਸਾਡੇ ਕੋਲ ਰਹੇ, ਹੈ ਨਾ। ਚਲੋ, ਸੋ ਅੱਜ ਦੀ ਸੈਸ਼ਨ ਵਿੱਚ ਵੀ ਆਰ ਗੋਇੰਗ ਟੂ ਡਿਸਕਸ ਦਿਸ ਪਾਰਟਿਕੂਲਰ ਥਿੰਗ ਹੇਅਰ। Okay, now one thing which I need to tell you about the course which is upcoming in the Gyanam platform, ठीक है। ਸਾਡਾ ਇੱਕ ਨਵਾਂ ਕੋਰਸ ਜਿਹੜਾ ਹੈ ਖਾਸ ਕਰ ਲੈਕਚਰਰ ਕਾਡਰ ਲਈ ਜਿਹੜਾ ਹੈ ਉਹ ਸ਼ੁਰੂ ਹੋ ਰਿਹਾ ਫॉर all the subjects, and ਕੁਝ ਇੰਪੋਰਟੈਂਟ ਚੀਜ਼ ਜੇ ਮੈਂ ਤੁਹਾਨੂੰ ਦੱਸਾਂ, that is live plus recorded ਇਹ ਬੈਚ ਜਿਹੜਾ ਹੈ ਰਹਿਣ ਵਾਲਾ ਹੈ। ਪੂਰਾ ਸਿਲੇਬਸ ਜਿਹੜਾ ਹੈ that will be covered here. You will be getting complete test and the test series along with this particular batch, ਠੀਕ ਹੈ। 22 of June ਤੋਂ ਜਿਹੜਾ ਹੈ ਬੈਚ that is going to start. So ਆਪਣੀ ਤਿਆਰੀ ਜੇ ਤੁਸੀਂ ਗਿਆਨਮ ਨਾਲ ਜੁੜ ਕੇ ਕਰਨਾ ਚਾਹੁੰਦੇ ਹੋ, ਹੈ ਨਾ, you can call on this particular number and you can start preparing for your government job, right? Okay, so let's proceed to the thing which we are going to discuss in today's session, 90 days ਦੀ strategy. For 90 days ਦੀ strategy ਨੂੰ ਸਮਝਣ ਤੋਂ ਪਹਿਲਾਂ we need to consider what is the syllabus. syllabus ਕੀ ਹੈ, ਕਿਹੜੇ ਯੂਨਿਟਸ ਇਹਦੇ ਵਿੱਚ ਆਣਗੇ, ਹੈ ਨਾ, and how we are going to cover that particular units, as well as what are the important topics in those units that we need to understand here. So specifically moving unit wise, ਪਹਿਲਾਂ syllabus ਦੇਖਦੇ ਆ ਆਪਾਂ। ਟੋਟਲ ਜੇ ਆਪਾਂ ਦੇਖੀਏ ਸਾਡੇ ਕੋਲ ਜਿਹੜੇ 10 ਯੂਨਿਟਸ ਇੱਥੇ ਰਹਿਣਗੇ, ਠੀਕ ਹੈ। ਸੋ ਤੁਸੀਂ 10 ਯੂਨਿਟ ਜਿਹੜੇ ਹੈ ਆਪਣੇ ਉਹਨਾਂ ਨੂੰ ਕਵਰ ਕਰਨਾ ਹੈ। ਓਕੇ, ਅਪਰੋਚ ਦੇਖੋ ਤੁਹਾਡੀ ਕੀ ਰਹਿਣੀ ਚਾਹੀਦੀ ਹੈ ਬਈ। ਸਭ ਤੋਂ ਪਹਿਲਾਂ ਤੇ ਇਹ ਟੌਪਿਕ ਜਿਹੜੇ ਹੁੰਦੇ ਹਨ, ਕਿਸੇ ਨੇ ਜ਼ੂਲੌਜੀ ਦੇ ਵਿੱਚ ਮਾਸਟਰਸ ਕੀਤੀ ਹੋਈ ਹੈ, ਕਿਸੇ ਨੇ ਆਪਣੀ ਮਾਸਟਰਸ ਬੋਟਨੀ ਦੇ ਵਿੱਚ ਕੀਤੀ ਹੈ, some of you must have done the microbiology, biotech and some other fields as well. So now the specific thing is that the challenge ki ਜਿਹਦੇ ਵਿੱਚ ਮਾਸਟਰਸ ਹੈ ਉਹ ਟੌਪਿਕ ਤੇ ਤੁਹਾਨੂੰ ਚੰਗੀ ਤਰ੍ਹਾਂ ਆਉਂਦੇ ਹਨ, ਹੈ ਨਾ, ਬਟ ਦੋਸ ਟੌਪਿਕਸ ਜਿਹਦੇ ਵਿੱਚ ਤੁਸੀਂ ਗ੍ਰੈਜੂਏਸ਼ਨ ਵਿੱਚ ਕਵਰ ਕੀਤਾ ਸੀ, ਜਿਨ੍ਹਾਂ ਨੂੰ ਜਾਂ ਫਿਰ ਬਹੁਤ ਬੇਸਿਕ ਇਨਵਾਇਰਨਮੈਂਟ ਦੇ ਕੁਝ ਟੌਪਿਕ ਹੁੰਦੇ ਹਨ ਜੋ ਕਿ ਤੁਸੀਂ ਕਾਫੀ ਪਹਿਲਾਂ ਛੱਡਦੇ, ਉਹਨਾਂ ਨੂੰ ਕਿਸ ਤਰੀਕੇ ਨਾਲ ਤੁਸੀਂ ਕੰਪਲੀਟ ਕਰੋ, ਹੈ ਨਾ। ਓਕੇ, ਸੀ ਜੇ ਆਪਾਂ ਯੂਨਿਟ 1 ਨੂੰ ਦੇਖੀਏ, ਯੂਨਿਟ 1 ਸਾਡਾ ਇੱਥੇ ਰਹੇਗਾ ਡਾਇਵਰਸਿਟੀ ਇਨ ਲਿਵਿੰਗ ਵਰਲਡ, ਹੈ ਨਾ। ਦਿਸ ਇਜ਼ ਦ ਯੂਨਿਟ ਅਕੋਰਡਿੰਗ ਟੂ ਦ ਸਿਲੇਬਸ ਵਿਚ ਇਜ਼ shared earlier, ਉਹਦੇ ਅਕੋਰਡਿੰਗ ਹੀ ਆਪਾਂ ਇੱਥੇ ਮੂਵ ਕਰ ਰਹੇ ਹਾਂ। ਦੇਖੋ ਫਿਲਹਾਲ ਕਲਾਸੀਫਿਕੇਸ਼ਨ, ਕੁਝ ਐਗਜ਼ਾਮਪਲਸ ਵਗੈਰਾ ਆ ਜਾਂਦੀਆਂ ਹਨ, ਇਕਨੋਮਿਕ ਇੰਪੋਰਟੈਂਸ, ਲਾਈਫ ਸਾਈਕਲਸ, ਥੀਸ ਆਰ ਇੰਪੋਰਟੈਂਟ ਥਿੰਗਸ। ਜ਼ਿਆਦਾ ਸਿਲੇਬਸ ਜੇ ਚੇਂਜ ਹੋਏਗਾ ਤਾਂ ਵੀ ਯੂਨਿਟ ਤੇ ਇਹੀ ਰਹਿਣ ਵਾਲੇ ਹਨ, ਹੈ ਨਾ। ਜਾਂ ਤੇ ਆਪਾਂ ਕਹਿ ਸਕਦੇ ਹਾਂ ਕਿ ਇੱਕ ਅੱਧਾ ਟੌਪਿਕ ਜਿਹੜਾ ਹੈ ਸਪੈਸੀਫਿਕਲੀ ਐਡ ਆਨ ਹੋ ਜਾਏਗਾ, ਜਾਂ ਫਿਰ ਕੋਈ ਇੱਕ ਅੱਧਾ ਟੌਪਿਕ ਜਿਹੜਾ ਹੈ ਇੱਥੋਂ ਸਿਲੇਬਸ ਤੋਂ ਡਿਲੀਟ ਹੋ ਸਕਦਾ ਹੈ ਨਾ। ਸੋ ਅਕੋਰਡਿੰਗਲੀ ਯੂ ਨੀਡ ਟੂ ਅੰਡਰਸਟੈਂਡ ਵਾਟ ਥਿੰਗਸ ਯੂ ਨੀਡ ਟੂ ਸਟੱਡੀ। ਉਸ ਤੋਂ ਬਾਅਦ ਸੈਕਿੰਡ ਦੇਖੋ, ਪਲਾਂਟ ਦੀ ਆਰਗੇਨਾਈਜੇਸ਼ਨ ਕਿਸ ਤਰੀਕੇ ਦੀ ਰਹੇਗੀ। ਇਹਦੇ ਵਿੱਚ ਮਾਰਫੋਲੋਜੀ, ਐਨਾਟਮੀ ਜਿਹੜੀ ਹੈ ਆਪਾਂ ਸਪੈਸੀਫਿਕਲੀ ਕਵਰ ਕਰਾਂਗੇ। ਸਭ ਤੋਂ ਇੰਪੋਰਟੈਂਟ ਆਉਂਦੀਆਂ ਜੀ ਪਲਾਂਟ ਫੈਮਿਲੀਜ਼। ਪਲਾਂਟ ਫੈਮਿਲੀਜ਼ ਯਾਨੀ ਕਿ ਬੋਟੈਨੀਕਲ ਫਾਰਮੂਲਾ ਕੀ ਹੈ, ਬੋਟੈਨੀਕਲ ਡਿਸਕ੍ਰਿਪਸ਼ਨ ਕੀ ਹੈ, ਇਹਨਾਂ ਦੀ ਡਾਇਗਰਾਮਸ ਵਗੈਰਾ ਸਾਰਾ ਕੁਝ ਇੰਪੋਰਟੈਂਟ ਰਹੇਗਾ ਇੱਥੇ। ਫਿਰ ਆਂਦਾ ਹੈ ਤੁਹਾਡਾ ਪਲਾਂਟ ਫਿਜ਼ੀਓਲੋਜੀ ਦਾ ਕਨਸੈਪਟ।
ਪਲਾਂਟ ਫਿਜ਼ੀਓਲੋਜੀ ਦੇ ਵਿੱਚ ਬਹੁਤ ਸਾਰੇ ਸਾਈਕਲਸ ਆਉਂਦੇ ਹਨ ਹੈ ਨਾ। ਜਿੱਦਾਂ ਕਿ ਤੁਸੀਂ ਦੇਖੋ ਪਾਥਵੇ ਆ ਜਾਂਦਾ ਹੈ, ਗਲਾਈਕੋਲਾਈਸਿਸ ਵਗੈਰਾ ਆ ਜਾਂਦਾ ਹੈ, ਫਿਰ C3 C4 ਪਾਥਵੇ ਆ ਜਾਏਗਾ, ਕੈਲਵਿਨ ਸਾਈਕਲ, ਕ੍ਰੈਬਸ ਸਾਈਕਲ ਐਂਡ ਮੈਨੀ ਮੋਰ। So you need to focus on a little bit memorizing the things. That means multiple revisions are required for this particular unit. ਇਸ ਤੋਂ ਬਾਅਦ ਜੀ ਤੁਹਾਡਾ ਟੌਪਿਕ ਆਏਗਾ structure organization in animals. ਜਿਸ ਤਰੀਕੇ ਨਾਲ ਤੁਸੀਂ plant ਨੂੰ ਕਵਰ ਕੀਤਾ, ਬਿਲਕੁਲ ਉਸੇ ਤਰੀਕੇ ਨਾਲ ਤੁਸੀਂ animals ਨੂੰ ਕਵਰ ਕਰਨਾ ਹੈ ਇੱਥੇ। ਕੀ ਆ ਜਾਏਗਾ? earthworm, frog and cockroach. These are the organism models ਜਿਨ੍ਹਾਂ ਨੂੰ ਤੁਸੀਂ ਡਿਟੇਲ ਵਿੱਚ ਇੱਥੇ ਸਟੱਡੀ ਕਰਨਾ ਹੁੰਦਾ ਹੈ, ਠੀਕ ਹੈ। ਫਿਰ ਆਪਾਂ ਹਿਊਮਨ ਫਿਜ਼ੀਓਲੋਜੀ ਦੀ ਗੱਲ ਕਰਦੇ ਹਾਂ, ਸਪੈਸੀਫਿਕਲੀ ਐਨੀਮਲ ਫਿਜ਼ੀਓਲੋਜੀ ਦੀ। ਇਹਦੇ ਵਿੱਚ ਮੈਕੈਨਿਜ਼ਮਸ, diagrams, flow charts and what is application based question which could be asked from this particular unit that you need to focus. ਕਿਹੜੇ ਟੌਪਿਕਸ ਆ ਜਾਂਦੇ ਹਨ? digestion, respiration, excretion, followed by you have to study about sensory receptors. Then neurology ਜਿਹੜੀ ਹੈ that is present here. Endocrinology की hormonal reflex की रहेंगे, that is all things which are present in the human physiology. Proceeding ahead, reproduction ਦਾ ਬਿਲਕੁਲ ਬੇਸਿਕ ਜਿਹਾ ਟੌਪਿਕ ਸ਼ੁਰੂ ਹੋਏਗਾ। it is going to the advanced level ਜਿਹਦੇ ਵਿੱਚ human reproduction ਨੂੰ ਤੁਸੀਂ ਕਵਰ ਕਰਨਾ ਹੈ, human reproduction ਦੀ anatomy ਨੂੰ ਤੁਸੀਂ ਕਵਰ ਕਰਨਾ ਹੈ, as well as ਇਹਦੀ endocrinology ਜੋ ਹੈ ਉਹ ਵੀ ਤੁਸੀਂ ਇੱਥੇ ਪੜ੍ਹਨੀ ਹੈ ਨਾ। And then reproductive health along with some of the diagrams that you need to study here. Cell biology, the basic unit, ਬਿਲਕੁਲ basic ਜਿਹਾ unit, but cell biology ਦੇ ਨਾਲ ਤੁਸੀਂ genetics and evolution ਦੇ ਉੱਪਰ ਵੀ ਥੋੜਾ focus ਕਰਨਾ ਹੈ। genetics and evolution ਬਹੁਤ important topic ਰਹੇਗਾ ਤੁਹਾਡਾ, ਮੈਂਡਲ ਦਾ experiment ਤੋਂ ਲੈ ਕੇ chemical evolution ਦੀ theory, everything that is covered here. Okay, next ਦੇਖੋ, next ਤੁਹਾਡਾ ਰਹੇਗਾ ਇੱਥੇ biology ਦਾ human welfare ਵਾਲਾ part ਜਿਹੜਾ ਆ ਜਾਂਦਾ ਹੈ, ਇਮਿਊਨੋਲੋਜੀ ਵਾਲਾ ਪਾਰਟ ਜਿਹੜਾ ਆ ਜਾਂਦਾ ਹੈ ਨਾ। ਐਂਡ ਮਾਈਕਰੋਬਸ ਦਾ ਡਿਸਕਸ਼ਨ ਆਏਗਾ ਇਹਦੇ ਵਿੱਚ ਥੋੜਾ ਜਿਹਾ ਕਿ ਮਾਈਕਰੋਬਸ ਦਾ ਕੀ ਬੈਨੀਫਿਟ ਰਹੇਗਾ ਹਾਊਸਹੋਲਡ ਪ੍ਰੋਪਰਟੀਜ਼, ਇੰਡਸਟਰੀਅਲ ਪ੍ਰੋਪਰਟੀਜ਼ ਦੇ ਵਿੱਚ। ਨੈਕਸਟ ਬਾਇਓਟੈਕ ਮੋਸਟ ਐਡਵਾਂਸ ਸਾਇੰਸ। ਬਾਇਓਟੈਕ ਜਿਹੜੀ ਹੈ DNA ਰਿਕੰਬੀਨੈਂਟ ਟੈਕਨੋਲੋਜੀ ਤੋਂ ਸ਼ੁਰੂ ਹੋਏਗੀ। It will be followed by lot of instrumentation ਤੋਂ ਬਾਅਦ you have to cover about the PCR, recombinant DNA technology, GMOs, ਕਿਹੜੇ GMOs ਆਪਾਂ currently use ਕਰਦੇ ਹਾਂ, everything that you need to be up to date with, right? ਫਿਰ ਲਾਸਟ ਦੇ ਵਿੱਚ ecology and environment. ecology and environment ਜਿਹੜਾ ਹੈ ਬਿਲਕੁਲ basic ਜਿਹਾ unit ਜਿਹੜਾ ਹੈ ਇੱਥੇ ਰਹੇਗਾ। and biodiversity, pollution ਵਰਗੇ topics ਜਿਹੜੇ ਹਨ ਇਹਦੇ ਵਿੱਚ ਆਪਾਂ cover ਕਰਦੇ ਹਾਂ, ਠੀਕ ਹੈ। So overall, these are the things which you need to cover. And the question is how to cover this. कि अपनी की approach ਆਪਾਂ ਇਦਾਂ ਦੀ ਰੱਖੀਏ ਕਿ ਇਹ ਸਾਰੇ topics ਆਪਾਂ 90 days ਵਿੱਚ thoroughly ਪੂਰਾ conceptually ਇਹਨਾਂ ਨੂੰ ਸਮਝ ਕੇ ਜਿਹੜਾ ਹੈ complete ਕਰ ਸਕੀਏ। Your approach should be like that you should focus on doing the things and keeping in your mind ਕਿ ਕਿਹੜੀਆਂ ਚੀਜ਼ਾਂ ਇਦਾਂ ਦੀਆਂ ਰਹਿਣਗੀਆਂ ਜੋ ਕਿ ਤੁਸੀਂ ਅਵੋਇਡ ਕਰ ਸਕਦੇ ਹੋ, ਯਾਨੀ ਕਿ do's and don'ts ਦੋਨਾਂ ਦੇ ਉੱਪਰ ਫੋਕਸ ਕਰਨ ਦੀ ਲੋੜ ਹੈ, ਠੀਕ ਹੈ, to cover this whole particular syllabus. ਹੁਣ ਦੇਖੋ, you're having 90 days, ਸਾਰਿਆਂ ਦੀ ਅਪਰੋਚ ਆਪਣੀ ਅਲੱਗ-ਅਲੱਗ ਹੁੰਦੀ ਹੈ। I'm not going to say ਕਿ stick to this particular approach only, but you can get some idea ਕਿ ਤੁਸੀਂ ਇਸ ਤਰੀਕੇ ਨਾਲ ਇਹਨੂੰ ਫੋਲੋ ਕਰ ਸਕਦੇ ਹੋ। ਡਿਵਾਈਡ ਕਰ ਲਓ ਆਪਣੇ ਡੇਜ਼ ਨੂੰ ਆਪਣੇ ਡਿਫਿਕਲਟੀ ਲੈਵਲ ਦੇ ਨਾਲ, ਠੀਕ ਹੈ। ਇਟ ਡਿਪੈਂਡਸ ਕਿ ਤੁਹਾਨੂੰ ਬਿਲਕੁਲ ਬੇਸਿਕ ਤੋਂ ਸ਼ੁਰੂ ਕਰਨ ਦੀ ਲੋੜ ਹੈ ਜਾਂ ਫਿਰ ਤੁਸੀਂ ਬੇਸਿਕਸ ਤੁਹਾਡੇ ਕਲੀਅਰ ਹਨ ਐਂਡ ਯੂ ਨੀਡ ਟੂ ਸਟੱਡੀ ਦ ਕਨਸੈਪਟਸ ਡੀਪਲੀ, ਔਰ ਯੂ ਨੀਡ ਟੂ ਜਸਟ give a revision, you are already preparing and you need to give revision। ਸਾਰਿਆਂ ਦੀ ਸਟ੍ਰੈਟਜੀ ਇਹਦੇ ਅਕੋਰਡਿੰਗ ਜਿਹੜੀ ਹੈ ਅਲੱਗ-ਅਲੱਗ ਰਹਿਣ ਵਾਲੀ ਹੈ। do one thing, divide ਕਰੋ ਆਪਣੇ ਡੇਜ਼ ਨੂੰ ਐਂਡ ਇਹਨਾਂ ਨੂੰ ਡਿਵਾਈਡ ਕਰਨ ਤੋਂ ਬਾਅਦ from whichever point you want to start, begin with that। like ਮੈਂ ਬਿਲਕੁਲ ਬੇਸਿਕ ਜੀ ਚੀਜ਼ ਦੱਸਾਂਗੀ ਤੁਹਾਨੂੰ। ਸਪੋਜ਼ ਕਰੋ we are starting with point 0 ਲੈਵਲ ਤੋਂ ਆਪਾਂ ਇੱਥੋਂ ਸ਼ੁਰੂ ਕਰ ਰਹੇ ਹਾਂ। ਹੁਣ 0 ਲੈਵਲ ਤੋਂ ਸ਼ੁਰੂ ਕਰਨ ਦਾ ਮਤਲਬ ਹੈ ਕਿ ਤੁਹਾਨੂੰ ਪਹਿਲਾਂ ਬੇਸਿਕਸ ਨੂੰ ਕਲੀਅਰ ਕਰਨ ਦੀ ਲੋੜ ਹੈ ਨਾ। ਸੋ ਫਰਸਟ 30 ਡੇਜ਼ ਯਾਨੀ ਕਿ ਇੱਕ ਮੰਥ ਦੇ ਦਿਓ, ਆਪਣਾ ਪੂਰਾ ਬੇਸਿਕ ਕਲੀਅਰ ਕਰੋ। ਕਿਸ ਤਰੀਕੇ ਨਾਲ? ਪੂਰਾ ਸਿਲੇਬਸ NCERT ਦੇ ਉੱਪਰ ਫੋਕਸ ਕਰਦੇ ਹੋਏ ਕਵਰ ਕਰੋ। NCERT ਤੁਸੀਂ ਨਿਊ NCERT ਪੜ੍ਹਨਾ ਚਾਹੁੰਦੇ ਹੋ, that is available with you, that is good, ਠੀਕ ਹੈ। ਬਟ ਜੇ ਤੁਹਾਡੇ ਕੋਲ old NCERT ਹੈ, that is much more better than the new updated NCERT, ਕਿਉਂਕਿ old NCERT ਦੇ ਵਿੱਚ ਤੁਹਾਨੂੰ ਥੋੜੇ ਜ਼ਿਆਦਾ elaborated concepts ਮਿਲਣਗੇ, ਠੀਕ ਹੈ। ਸੋ old NCERT ਨੂੰ ਫੋਕਸ ਕਰਦੇ ਹੋਏ ਜੋ ਤੁਹਾਡਾ ਪੂਰਾ ਸਿਲੇਬਸ ਹੈ ਉਹਨੂੰ ਇੱਕ ਲੈਵਲ ਤੱਕ ਲਿਆਓ ਕਿ this is the critical level and you have cleared all your concepts. After that, what is the next thing?
ਦੁਬਾਰਾ ਜੋ ਪਹਿਲਾਂ ਤੁਸੀਂ ਕਵਰ ਕੀਤਾ ਹੈ ਉਸ ਚੀਜ਼ ਨੂੰ ਹੁਣ ਤੁਸੀਂ ਦੁਬਾਰਾ ਰਿਵਾਈਜ਼ ਕਰੋਗੇ, ਬਟ ਇਸ ਵਾਰੀ ਜਦੋਂ ਉਹਨੂੰ ਪੜੋਗੇ ਥੋੜਾ ਨੈਕਸਟ ਡੈਪਥ ਲੈਵਲ ਤੱਕ ਲੈ ਕੇ ਜਾਓਗੇ, ਹੈ ਨਾ। ਹੁਣ ਇਸ ਚੀਜ਼ ਦੇ ਲਈ ਤੁਸੀਂ ਫੋਕਸ ਕਰ ਸਕਦੇ ਹੋ ਔਨ ਸਮ ਆਫ ਦ ਮੋਡਿਊਲਸ, ਜਾਂ ਫਿਰ ਜੋ ਸਟੱਡੀ ਮਟੀਰੀਅਲ ਤੁਹਾਡੇ ਕੋਲ ਅਵੇਲੇਬਲ ਹੈ ਆਫ ਯੋਰ ਇੰਸਟੀਟਿਊਟ ਫਰੋਮ ਵੇਅਰ ਐਵਰ ਯੂ ਆਰ ਪ੍ਰੀਪੇਅਰਿੰਗ, ਉਸ ਚੀਜ਼ ਦੇ ਨਾਲ ਤੁਸੀਂ ਕਨਸੈਪਟਸ ਨੂੰ ਡੀਪਲੀ ਜਿਹੜਾ ਹੈ ਥੋਰਲੀ ਇੱਥੇ ਕਵਰ ਕਰੋਗੇ। Now last 30 days, they will be the more crucial thing for you. What you have to do, you have to revise the things, you have to fill the gaps कि केड़ी केड़ी चीज़ां ਤੁਹਾਡੀਆਂ ਰਹਿ ਗਈਆਂ, है ना, केड़े केड़े पार्ट ਉਹ ਹਨ ਜਿੱਥੇ ਗਲਤੀਆਂ ਹੋ ਰਹੀਆਂ ਹਨ। That means you need to do practice, you need to give mock test, so focus करो on solving as many as mock test you can solve. Moreover अपनी improvement के ऊपर focus करो, थोड़ा जा एनालिसिस करो, सॉर्ट एनालिसिस करो कि what are your topics which are still need to be focused on, ठीक है। सो इस तरीके ਦੀ ਇੱਕ ਆਪਣੀ ਅਪਰੋਚ ਬਣਾ ਕੇ ਹੁਣੇ ਤੁਸੀਂ ਆਪਣੀ ਤਿਆਰੀ ਜਿਹੜੀ ਹੈ ਇੱਥੇ ਸ਼ੁਰੂ ਕਰ ਸਕਦੇ ਹੋ, ਰਾਈਟ। ਓਕੇ, ਨਾਓ ਆਈ ਵਿਲ ਬੀ ਗਿਵਿੰਗ ਯੂ ਸਮ ਆਫ ਦ ਟਿਪਸ, ਮੇਬੀ ਦੇ ਆਰ ਗੋਇੰਗ ਟੂ ਹੈਲਪ ਯੂ, ਥੋੜਾ ਬਹੁਤ ਹੋ ਸਕਦਾ ਹੈ ਤੁਹਾਨੂੰ ਇੱਥੇ ਬੈਨੀਫਿਟ ਮਿਲੇ। ਡੂਜ਼ ਐਂਡ ਡੋਂਟਸ ਨੂੰ ਡਿਸਕਸ ਕਰਦੇ ਹਾਂ। ਡੂਜ਼ ਤਾਂ ਚਲੋ ਸਾਰਿਆਂ ਦੇ ਆਪਣੇ ਆਪਣੇ ਰਹਿਣਗੇ, ਹੈ ਨਾ, ਕਿ ਆਪਾਂ ਇਹ ਸਾਰੀ ਚੀਜ਼ਾਂ ਕਰਨੀਆਂ, ਆਪਣੇ ਆਪਣੇ ਟਾਰਗੇਟ ਸਾਰਿਆਂ ਨੇ ਆਲਰੇਡੀ ਸੈੱਟ ਕੀਤੇ ਹੁੰਦੇ ਆ, ਬਟ ਡੂਜ਼ ਦੇ ਨਾਲ ਥੋੜਾ ਡੋਂਟਸ ਦੇ ਉੱਪਰ ਵੀ ਫੋਕਸ ਕਰਾਂਗੇ। ਹੁਣ ਬਾਇਓਲੋਜੀ ਨੂੰ ਪੜ੍ਹਨ ਦੇ ਲਈ ਯੂ ਨੀਡ ਟੂ ਫੋਕਸ ਔਨ ਸਮ ਆਫ ਦ ਥਿੰਗਸ, ਐਂਡ ਵਾਟ ਆਰ ਦੋਜ਼ ਥਿੰਗਸ। ਲਾਈਕਵਾਈਜ਼ ਹਾਈ ਸਕੋਰਿੰਗ ਯੂਨਿਟਸ ਨੂੰ ਪਹਿਲਾਂ ਕਵਰ ਕਰੋ। ਹਾਈ ਸਕੋਰਿੰਗ ਯੂਨਿਟਸ ਕਿਹੜੇ ਹਨ ਤੁਹਾਡੇ? ਹਿਊਮਨ ਫਿਜ਼ੀਓਲੋਜੀ। PYQ उठा के देख लो, जो भी PYQ तुसी देखोगे, लेक्चरर कार्डर, मास्टर कार्डर, whatever you want to see, go through it. Maximum number of questions which are being asked, they are from the human physiology. And human physiology personally, मैं अपनी गल करा, सब तो फेवरेट है, right? बहुत मजा आता है ह्यूमन फिजियोलॉजी ਨੂੰ ਪੜਨ ਦਾ ਵੀ, and you are going to enjoy it as well. Moreover, weightage ਵੀ ਜ਼ਿਆਦਾ ਹੈ, so human physiology ਦੇ ਉੱਪਰ ਜ਼ਿਆਦਾ ਫੋਕਸ ਕਰੋ। ਫਿਰ come to the plant physiology, फिर थोड़ा सा कंसेप्चुअल चीज़ों के ऊपर फोकस करो, जेनेटिक्स उठा लो, है ना। उसके बाद सैल बायोलॉजी दो कि बिल्कुल बेसिक डायरेक्ट क्वेश्चन आते हैं जिथों स्टेजेस वगैरह पूछ लेगा, दिस कंटेंट हैज टू बी कवर्ड नाउ। आफ्टर दैट बायोटेक्नोलॉजी, और फिर तुसी अप्रोच कर सकते हो इकोलॉजी की तरफ, जिदे विच मैमरी बेस्ड क्वेश्चन ज्यादातर आ जाते हैं, है ना। ओके, नाउ सी वन थिंग की कर सकते हो तुसी, जिदा कि आपां जे गल करिए ना प्लांट फिजियोलॉजी, प्लांट फिजियोलॉजी ਦੇ ਵਿੱਚ ਬਹੁਤ ਸਾਰੇ ਟੇਬਲ ਆਉਂਦੇ ਹਨ, ਬਹੁਤ ਸਾਰੇ ਯੂ نو ATP ਕਿੰਨੇ ਯੂਜ਼ ਹੋ ਰਹੇ ਹਨ, ਹਾਊ ਮੈਨੀ ATP ਆਰ ਬੀਇੰਗ ਪ੍ਰੋਡਿਊਸਡ, ਅਲੱਗ-ਅਲੱਗ ਸਾਈਕਲਸ ਆ ਜਾਣਗੇ, ਸਾਈਕਲਸ ਦੇ ਵਿੱਚ ਐਂਜ਼ਾਈਮਸ ਆ ਜਾਣਗੇ। ਇਦਾਂ ਦੇ ਕੰਪਲੈਕਸ ਟੌਪਿਕਸ ਨੂੰ ਕਵਰ ਕਰਦੇ ਹੋਏ ਇੱਕ ਆਪਣੀ ਅਲੱਗ ਸ਼ੀਟ ਬਣਾ ਲਓ। ਉਸ ਸ਼ੀਟ ਦੇ ਵਿੱਚ ਤੁਸੀਂ ਕੀ ਕਰ ਸਕਦੇ ਹੋ, ਯੂ ਕੈਨ ਮੈਂਸ਼ਨ ਆਲ ਦ ਐਂਜ਼ਾਈਮਸ, ਔਰ whatever point you are not able to memorize it, उस चीज ਨੂੰ ਲਿਖ ਲਓ, है ना। जो चीज ਤੁਹਾਨੂੰ बार-बार ਭੁੱਲ ਰਹੀ ਹੈ ਜਾਂ ਫਿਰ ਜੋ ਚੀਜ਼ is very difficult to learn, ਉਸ ਚੀਜ਼ ਦੀ ਇੱਕ ਅਲੱਗ ਆਪਣੀ ਸ਼ੀਟ ਜਿਹੜੀ ਹੈ ਬਣਾ ਲਓ। ਕੰਪੈਰੀਜ਼ਨ ਟੇਬਲਸ ਬਣਾ ਲਓ। ਕੰਪੈਰੀਜ਼ਨ ਟੇਬਲਸ is the best strategy to learn two things at one single time, right? Next thing you can do, example sheets, ਜਿੱਦਾਂ ਕਿ ਆਪਾਂ ਜੇ ਗੱਲ ਕਰੀਏ ਮਾਈਕਰੋਬਸ ਵਾਲੇ ਚੈਪਟਰ ਦੀ, ਮਾਈਕਰੋਬਸ ਵਾਲੇ ਚੈਪਟਰ ਦੇ ਵਿੱਚ ਡਾਇਰੈਕਟ ਐਗਜ਼ਾਮਪਲਸ हैज टू बी लर्नड। कुछ डिजीज ਦੇ ਨਾਲ ਜੋ ਉਹਨਾਂ ਦਾ ਕੌਜ਼ੇਟਿਵ ਏਜੰਟ ਹੈ that has to be learned, ਉਹਨਾਂ ਦੇ ਅਕੋਰਡਿੰਗ ਤੁਸੀਂ ਕੀ ਕਰ ਸਕਦੇ ਹੋ, ਇੱਥੇ ਕੁਝ ਆਪਣੀ ਐਗਜ਼ਾਮਪਲਸ ਦੀ ਅਲੱਗ ਸ਼ੀਟ ਜਿਹੜੀ ਹੈ ਬਣਾ ਸਕਦੇ ਹੋ, ਹੈ ਨਾ। ਫਿਰ solve the MCQs regularly। ਚਲੋ ਸ਼ੁਰੂ ਵਾਲੇ ਫੇਜ਼ ਦੇ ਵਿੱਚ ਤੇ ਤੁਸੀਂ ਨਾ ਕਰੋ, ਬਟ ਲਾਸਟ ਵਾਲੇ ਫੇਜ਼ ਦੇ ਵਿੱਚ try to solve one mock test every day, ਹੈ ਨਾ। ਉਸ ਤੋਂ ਬਾਅਦ ਆਪਾਂ ਐਰਰ ਦੇ ਉੱਪਰ ਵੀ ਕੰਮ ਕਰਨਾ ਹੈ। ਜੋ ਗਲਤੀ ਹੋ ਰਹੀ ਹੈ ਤੁਹਾਡੀ ਬਾਰ-ਬਾਰ ਟੈਸਟ ਦੇ ਵਿੱਚ, ਉਹਨਾਂ ਟੌਪਿਕਸ ਨੂੰ, ਉਹਨਾਂ ਕਨਸੈਪਟਸ ਨੂੰ ਬਾਰ-ਬਾਰ ਰਿਵਾਈਜ਼ ਕਰਨਾ ਹੈ। ਰਿਵਾਈਜ਼ ਕਰਨ ਦੇ ਨਾਲ ਇੰਪਰੂਵਮੈਂਟ ਵੀ ਕਰਨੀ ਹੈ ਨਾ। ਦੈਨ ਰਿਵੀਜ਼ਨ ਇਜ਼ ਦ ਕੀ, ਰਿਵੀਜ਼ਨ ਇਜ਼ ਮਸਟ ਟੂ ਮੈਮੋਰਾਈਜ਼ ਦ ਥਿੰਗਸ। ਇਹ ਤੇ ਹੋ ਗਈਆਂ ਜਿਹੜੀਆਂ ਚੀਜ਼ਾਂ ਤੁਸੀਂ ਅਪਣਾ ਸਕਦੇ ਹੋ, ਕਰ ਸਕਦੇ ਹੋ। ਨਾਓ ਦੇयर ਆਰ ਸਮ ਥਿੰਗਸ ਵਿਚ ਯੂ ਸ਼ੁਡ ਅਵੋਇਡ, ਐਂਡ ਅਵੋਇਡ ਕਰਨ ਵਾਲੀਆਂ ਚੀਜ਼ਾਂ ਵੀ ਜੇ ਤੁਹਾਨੂੰ ਪਤਾ ਹੈ ਸ਼ੁਰੂ ਕਰਨ ਤੋਂ ਪਹਿਲਾਂ, that will be the best thing। ਕੀ ਚੀਜ਼ਾਂ ਅਵੋਇਡ ਕਰਨੀਆਂ? ਡਾਇਗਰਾਮਸ ਨੂੰ ਨਹੀਂ ਇਗਨੋਰ ਕਰਨਾ। ਸਪੈਸੀਫਿਕਲੀ ਜੋ ਟੈਕਸਟ ਬੁੱਕਸ ਦੇ ਵਿੱਚ, ਮੇਨ ਟੈਕਸਟ ਬੁੱਕਸ ਦੇ ਵਿੱਚ ਡਾਇਗਰਾਮਸ ਦਿੱਤੀਆਂ ਹੁੰਦੀਆਂ ਹਨ, ਦੇ ਆਰ ਵੈਰੀ ਇੰਪੋਰਟੈਂਟ, ਠੀਕ ਹੈ। ਡਾਇਗਰਾਮਸ ਐਂਡ ਐਗਜ਼ਾਮਪਲਸ ਦੀ ਅਲੱਗ ਸ਼ੀਟਸ ਜਿਹੜੀਆਂ ਹੈ ਤੁਸੀਂ ਪ੍ਰਿਪੇਅਰ ਕਰਦੇ ਰਹੋ। ਉਸ ਤੋਂ ਬਾਅਦ do not solve the MCQ without analysis। ਤੁਸੀਂ ਪੇਪਰ ਕਰ ਲੇ, ਡੇਲੀ ਦਾ ਇੱਕ ਮੌਕ ਟੈਸਟ ਕਰ ਰਹੇ ਹੋ, ਮੌਕ ਟੈਸਟ ਕਰਨ ਤੋਂ ਬਾਅਦ ਆਪਣੀ ਗਲਤੀਆਂ ਨੂੰ ਐਨਾਲਾਈਜ਼ ਹੀ ਨਹੀਂ ਕਰ ਰਹੇ,
ਕੀ ਫਾਇਦਾ ਫਿਰ ਮੌਕ ਟੈਸਟ ਦੇਣ ਦਾ ਜੇ ਤੁਸੀਂ ਆਪਣੀ ਗਲਤੀਆਂ ਦੇ ਉੱਪਰ ਹੀ ਨਹੀਂ ਫੋਕਸ ਕਰ ਰਹੇ, ਹਨਾ? then you need to focus, you need to do the MCQs and you need to analyze them as well. What are your mistakes? And do not revise the revision वाला part जो कि आप हमेशा ignore करते हैं. Revision is must क्योंकि biology subject ਦੇ ਵਿੱਚ you need to memorize many things, you need to understand the concept. concept ਨੂੰ ਸਮਝਣ ਦੇ ਬਾਅਦ ਉਹਨੂੰ revise ਕਰਨਾ ਵੀ ਜ਼ਰੂਰੀ ਹੈ, ਵਰਨਾ ਉਹ concept ਜਿਹੜਾ ਹੈ ਦਿਮਾਗ ਵਿੱਚੋਂ ਗਾਇਬ ਹੋ ਜਾਏਗਾ, ठीक है? So you need to focus on all these things, ठीक है? So this is your strategy plan according to which you can proceed for your next 90 days and you can prepare for your upcoming government job.